ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਲਾਕਡਾਊਨ ਵਿੱਚ ਉਦਯੋਗਾਂ ਦੀ ਸਥਿਤੀ ਨੂੰ ਲੈ ਕੇ ਦੈਨਿਕ ਸਵੇਰਾ ਦੀ ਸਪੈਸ਼ਲ ਸੀਰੀਜ਼ ਜਾਰੀ ਹੈਗੀ ਹੈ, ਜਿਸ ਵਿੱਚ ਅਸੀਂ ਵੱਖ-ਵੱਖ ਉਦਯੋਗਪਤੀਆਂ ਦੇ ਨਾਲ ਗੱਲਬਾਤ ਕਰਕੇ ਪੰਜਾਬ ਦੇ ਵਿੱਚ ਕਰਫਿਊ ਜਾਂ ਲਾਕਡਾਊਨ ਦੀ ਸਥਿਤੀ ਨੂੰ ਲੈ ਕੇ ਉਦਯੋਗਪਤੀ ਕੀ ਸੋਚ ਰਹੇ ਨੇ ਤੇ ਉਦਯੋਗਾਂ ਦੀ ਮੌਜੂਦਾ ਸਥਿਤੀ ਕੀ ਹੈਗੀ ਹੈ, ਕਿਉਂਕਿ ਉਦਯੋਗਾਂ ਨੇ ਜੌਬਸ ਵੀ ਜਨਰੇਟ ਕਰਨੀਆਂ ਨੇ ਤੇ ਸੂਬੇ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਵੀ ਪਾਉਣਾ ਹੈਗਾ। ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈਗੇ ਨੇ। ਪੰਜਾਬ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਦੀ ਗਿਣਤੀ ਦੇ ਵਿੱਚ ਇਹਨਾਂ ਦਾ ਨਾਮ ਸ਼ੁਮਾਰ ਹੈਗਾ। ਸਾਡੇ ਨਾਲ ਦੈਨਿਕ ਸਵੇਰਾ ਤੇ ਖਾਸ ਤੌਰ ਤੇ ਲਾਈਵ ਜੁੜ ਰਹੇ ਨੇ ਕਮਲ ਓਸਵਾਲ ਜੀ। ਕਮਲ ਓਸਵਾਲ ਕੌਣ ਹੈਗੇ ਨੇ? ਕਮਲ ਓਸਵਾਲ ਪੰਜਾਬ ਦੇ ਸਭ ਤੋਂ ਵੱਡੇ ਯਾਰਨ ਮੈਨੂਫੈਕਚਰ ਨੇ, ਸ਼ੂਗਰ ਮਿਲਸ ਹੈ ਇਹਨਾਂ ਦੀਆਂ, ਡਿਸਟਿਲਰੀ ਹੈ, ਮੌਂਟੀ ਕਾਰਲੋ ਵਰਲਡ ਫੇਮਸ ਬ੍ਰਾਂਡ ਹੈ ਇਹਨਾਂ ਦਾ। ਕਮਲ ਓਸਵਾਲ ਜੀ, ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਨਾਲ ਉਦਯੋਗਾਂ ਦੀ ਸਥਿਤੀ ਨੂੰ ਲੈ ਕੇ ਲੰਬੀ ਚਰਚਾ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ। ਓਸਵਾਲ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਤਤਕਾਲੀ ਮੌਜੂਦਾ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ? ਕਿਉਂਕਿ ਉਦਯੋਗਾਂ ਦੇ ਲਈ ਇਹ ਦੌਰ ਬੜਾ ਖਤਰਨਾਕ ਮੰਨਿਆ ਜਾ ਰਿਹਾ ਹੈਗਾ ਔਰ ਉਹ ਉਦਯੋਗ ਜਿਨ੍ਹਾਂ ਨੇ ਸੂਬੇ ਦੀ ਇਕਨੋਮੀ ਦੇ ਵਿੱਚ ਚੰਗਾ ਖਾਸਾ ਯੋਗਦਾਨ ਪਾਉਣਾ ਹੁੰਦਾ। ਕਿਉਂਕਿ ਇਹ ਅਨਪ੍ਰੈਸੀਡੈਂਟਡ ਸਿਚੁਏਸ਼ਨ ਹੈਗੀ। ਇਦਾਂ ਦੀ ਸਿਚੁਏਸ਼ਨ ਨਾ ਤਾਂ ਪਹਿਲਾਂ ਕਦੀ ਆਈ ਹੈਗੀ ਆ ਅੱਜ ਤੱਕ। ਮੈਂ ਕਿਹਾ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਿ ਹੋਇਆ ਹੋਊਗਾ ਕਿ ਪੂਰਾ ਵਰਲਡ ਹੀ ਲਾਕਡਾਊਨ ਹੋ ਗਿਆ ਹੈਗਾ। ਪੂਰੀ ਇੰਡੀਆ ਨੂੰ ਛੱਡੋ, ਪੰਜਾਬ ਨੂੰ ਛੱਡੋ, ਇੰਡੀਆ ਨੂੰ ਛੱਡੋ, ਪੂਰਾ ਵਰਲਡ ਦੀ ਸਾਰੀ ਕੰਟਰੀਜ਼ ਹੀ ਲਾਕਡਾਊਨ ਦੇ ਵਿੱਚ ਹੈਗਾ। ਇਹਦੇ ਕਰਕੇ ਇਕਨੋਮੀ ਨੂੰ, ਬਿਜ਼ਨਸ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈਗਾ ਔਰ ਸਾਰਾ ਕੰਮ ਹੀ ਇੱਕਦਮ ਤੇ ਸਟੈਂਡ ਸਟਿਲ ਹੋ ਗਿਆ ਇੱਕ ਤਰੀਕੇ ਦਾ। ਸਰ, ਪੰਜਾਬ ਦੀ ਇਕਨੋਮੀ ਦੇ ਵਿੱਚ ਤੁਹਾਡਾ ਜਾਂ ਤੁਹਾਡੇ ਵਰਗੇ ਉਦਯੋਗਪਤੀਆਂ ਦਾ ਬੜਾ ਕੰਟਰੀਬਿਊਸ਼ਨ ਹੈਗਾ। ਤੁਸੀਂ ਇਸ ਇਕਨੋਮੀ ਦੇ ਨਾਲ ਇਹਨੂੰ ਜਦੋਂ ਜੋੜ ਕੇ ਦੇਖਦੇ ਹੋ ਤੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਲਾਸ ਕਿੰਨਾ ਕੁ ਤੁਸੀਂ ਇਹਦਾ ਆਂਕਲਨ ਕੀ ਕਰ ਪਾ ਰਹੇ ਹੋ? ਦੇਖੋ, ਜੋ ਅੱਜ ਦੀ ਸਿਚੁਏਸ਼ਨ ਹੈਗਾ, ਇਹਦਾ ਲਾਸ ਦਾ ਆਂਕਲਨ ਕਰਨਾ ਬਹੁਤ ਮੁਸ਼ਕਲ ਆ। ਕਿਉਂਕਿ ਐਜ਼ ਆਫ ਟੂਡੇ ਹੀ, ਅੱਜ ਦੇ ਦਿਨ ਦੇ ਵਿੱਚ ਹੀ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਇਕਨੋਮਿਕ ਲਾਸ ਹੈਗਾ ਉਹ ਤੇ ਹੈਗਾ ਹੀ ਹੈਗਾ। ਅੱਗੇ ਫਿਊਚਰ ਦਾ ਵੀ ਸਾਨੂੰ ਪਤਾ ਨਹੀਂ ਕੀ ਲਾਸ ਹੋਣਾ ਹੈਗਾ, ਕਿਉਂਕਿ ਇਹਦਾ ਕੋਈ ਪਤਾ ਹੀ ਨਹੀਂ ਕਦੋਂ ਖਤਮ ਹੋਣੀ ਹੈਗੀ ਆ, ਕਦੋਂ ਇਹਦਾ ਆਪਣਾ ਇਹਦੀ ਬਿਮਾਰੀ ਦਾ ਕੀ ਇਲਾਜ ਹੈਗਾ। ਕੋਈ ਵੈਕਸੀਨ ਨਹੀਂ ਹੈਗਾ, ਕੋਈ ਕੁਝ ਨਹੀਂ ਹੈਗਾ। ਤਾਂ ਇਸ ਵਕਤ ਆਂਕੜਾ ਕਰਨਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ। ਅੱਜ ਦੀ ਸਿਚੁਏਸ਼ਨ ਤਾਂ ਇਹ ਹੈਗੀ ਹੈ ਕਿ ਆਪਾਂ ਨੂੰ ਅੱਜ ਦੇ ਦਿਨ ਦੇ ਵਿੱਚ ਅਸੀਂ ਇਹਨੂੰ ਕਿੱਦਾਂ ਆਪਣੇ ਆਪ ਨੂੰ ਸਰਵਾਈਵ ਕਿਸ ਤਰ੍ਹਾਂ ਕਰਨਾ ਹੈਗਾ, ਆਪਣੀ ਕੰਪਨੀ ਨੂੰ ਕਿੱਦਾਂ ਸਰਵਾਈਵ ਕਰਾਉਣਾ, ਆਪਣੇ ਜਿਹੜੇ ਤੁਹਾਡੀ ਕੰਪਨੀ ਦੇ EMPLOYEES ਆ ਉਹਨਾਂ ਨੂੰ ਕਿੱਦਾਂ ਸਰਵਾਈਵ ਕਰਨਾ ਹੈਗਾ। ਅੱਜ ਦਾ ਸਭ ਨਾਲੋਂ ਇੰਪੋਰਟੈਂਟ ਟਾਈਮ ਤਾਂ ਔਰ ਇੰਪੋਰਟੈਂਟ ਜੋ ਸਾਨੂੰ ਡਿਸੀਜ਼ਨ ਲੈਣਾ ਇਹ ਹੈਗਾ ਕਿ ਆਪਣੇ ਆਪ ਨੂੰ ਸਰਵਾਈਵ ਕਿੱਦਾਂ ਕਰਾਉਣਾ ਹੈਗਾ। ਫਿਊਚਰ ਦਾ ਕਿਸੇ ਨੂੰ ਨਹੀਂ ਪਤਾ ਕੀ ਹੋਣਾ ਕੀ ਨਹੀਂ ਹੋਣਾ ਹੈਗਾ। ਈਵਨ ਵੱਡੀ ਕੰਟਰੀਜ਼ ਲਾਈਕ ਜਿੱਦਾਂ USA ਵਗੈਰਾ ਦੇਖ ਲਓ, ਯੂਰਪ ਦੇਖ ਲਓ, ਉੱਥੇ ਵੀ ਹਲੇ ਕੋਈ ਕੰਟਰੋਲ ਨਹੀਂ ਹੈਗਾ ਇਹਦੇ ਉੱਪਰ। ਜੀ ਸਰ, ਜਿਸ ਤਰ੍ਹਾਂ ਦੇ ਨਾਲ ਸਰਕਾਰ ਨੇ 25% ਸਮਰੱਥਾ ਦੇ ਨਾਲ ਉਦਯੋਗ ਚਲਾਉਣ ਦੀ ਗੱਲ ਕਹਿ ਦਿੱਤੀ ਹੈ, ਮਨਜ਼ੂਰੀ ਦੇ ਦਿੱਤੀ ਹੈਗੀ ਹੈ, ਤੁਹਾਨੂੰ ਲੱਗਦਾ ਕਿ ਇਹ ਕਿਸੇ ਤਰ੍ਹਾਂ ਦਾ ਫਾਇਦੇਮੰਦ ਹੈਗਾ ਜਾਂ ਜਿਹੜਾ ਸਸਟੇਨ ਰਹਿ ਲੈਣਾ ਇੰਡਸਟਰੀ ਦਾ ਉਹਨੂੰ ਕਿਸੇ ਤਰ੍ਹਾਂ ਦੇ ਵਿੱਚ ਮਦਦ ਕਰ ਸਕਦਾ ਇਸ ਚੀਜ਼ ਨੂੰ? ਕਿਉਂਕਿ ਲਾਸ ਤੇ ਅਸੀਂ ਦੇਖ ਰਹੇ ਹਾਂ ਵੀ ਬਹੁਤ ਵੱਡਾ ਹੈਗਾ, ਪਰ ਇਹ 25% ਦਾ ਮਾਰਜਨ ਕੀ ਕਵਰ ਅਪ ਕਰ ਸਕਦਾ? ਦੇਖੋ, ਜੋ ਸਰਕਾਰ ਦੇ ਕਦਮ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਕੰਮ ਨੂੰ ਸ਼ੁਰੂ ਕਰਨਾ ਹੈਗਾ। 25% ਦੇ ਨਾਲ ਤਾਂ ਕੋਈ ਉਦਯੋਗ ਕੋਈ ਚੱਲ ਨਹੀਂ ਸਕਦਾ, ਕੋਈ ਵਾਇਬਿਲਿਟੀ ਨਹੀਂ ਹੈਗੀ ਹੈ ਇਹ ਤਾਂ। ਬਟ ਹੁਣ ਇੱਕ ਤਰ੍ਹਾਂ ਸਾਨੂੰ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਹੈਗਾ। ਜੇ ਜ਼ੀਰੋ ਤੋਂ ਸਟਾਰਟ ਕਰਨ ਲਈ ਕੁਝ ਤਾਂ ਸਟਾਰਟ ਕਰਨਾ ਹੈਗਾ। ਸੋ ਮਤਲਬ ਇਹ ਹੋਇਆ ਕਿ ਤੁਸੀਂ 25% ਤੋਂ ਸਟਾਰਟ ਕਰੋ, ਆਹਿਸਤਾ ਆਹਿਸਤਾ ਇਹਨੂੰ ਅੱਗੇ ਕੰਮ ਨੂੰ ਵਧਾਓਗੇ। 25% ਨਾਲ ਤਾਂ ਕੋਈ ਵਾਇਬਿਲਿਟੀ ਨਹੀਂ ਹੈ ਇਹ ਆਪਣੇ ਆਪ ਨੂੰ, ਕਿਉਂਕਿ ਜੋ ਆਪਾਂ 30-40 ਦਿਨ ਤੋਂ ਇੱਕ ਲਾਕਡਾਊਨ ਦੇ ਵਿੱਚ ਸੀ, ਬਿਲਕੁਲ ਸਾਰੇ ਕੰਮ ਬੰਦ ਸੀਗੇ, ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਹਾਊਸ ਅਰੈਸਟ ਸਾਰੇ ਬੰਦੇ ਹੋਏ ਸੀਗੇ। ਤਾਂ ਉਹਨੂੰ ਸਟਾਰਟ ਕਰਨ ਤੁਹਾਨੂੰ ਮਤਲਬ 25% ਤੋਂ ਸ਼ੁਰੂ ਕੀਤਾ ਹੈ। ਇਕੱਲੀ ਇੰਡਸਟਰੀ ਚੱਲਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ। ਜੋ ਫਰਕ ਪਏਗਾ ਜਦੋਂ ਅੱਗੇ ਡਿਮਾਂਡ, ਕੰਜ਼ਿਊਮਰ ਦੀ ਡਿਮਾਂਡ ਜਨਰੇਟ ਹੋਏਗੀ, ਜਦੋਂ ਤੁਹਾਡੀ ਦੁਕਾਨਾਂ ਖੁੱਲ੍ਹਣਗੀਆਂ, ਤੁਹਾਡੇ ਮਾਲਸ ਖੁੱਲੂਗੇ, ਲੋਕੀ ਸ਼ਾਪਿੰਗ ਕਰਨ ਜਾਓਗੇ ਤਾਂ ਡਿਮਾਂਡ ਜਨਰੇਟ ਹੋਏਗੀ, ਉਹਦੇ ਨਾਲ ਤੁਹਾਡੀ ਇੰਡਸਟਰੀ ਚੱਲਣੀ ਹੈਗੀ। ਇੰਡਸਟਰੀ ਦਾ ਪਹੀਆ ਤਾਂ ਹੀ ਚੱਲਣਾ ਹੈਗਾ। ਇਕੱਲੀ ਇੰਡਸਟਰੀ ਚਲਾ ਕੇ ਕੀ ਕਰੋਗੇ? ਅੱਗੇ ਮਾਲ ਸੇਲ ਵੀ ਤਾਂ ਹੋਣਾ ਚਾਹੀਦਾ ਹੈਗਾ ਕੋਈ। ਇਹਦਾ ਮਤਲਬ ਇੱਕ ਸ਼ੁਰੂਆਤ ਹੈਗਾ ਕਿ ਤੁਸੀਂ 25% ਨਾਲ ਕੰਮ ਸ਼ੁਰੂ ਕਰੋ, ਆਪਣੇ ਆਪ ਨੂੰ ਆਦਤ ਪਾਓ, ਫਿਰ ਆਹਿਸਤਾ ਆਹਿਸਤਾ ਇਹਨੂੰ ਵਧਾਓ ਤੁਸੀਂ। ਦੂਸਰੀ ਗੱਲ ਸਰ, ਸਿਰਫ ਲੁਧਿਆਣਾ ਸ਼ਹਿਰ ਦੇ ਵਿੱਚੋਂ ਹੀ ਕਰੀਬਨ 4.5 ਲੱਖ ਜਿਹੜੇ ਲੇਬਰ ਹੈਗੀ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਲੇਬਰ ਦਾ ਚਲੇ ਜਾਣਾ ਬੜਾ ਜ਼ਬਰਦਸਤ ਸੈਟਬੈਕ ਹੈਗਾ ਜਿਹੜਾ ਉਹ ਸਾਰੀ ਇੰਡਸਟਰੀ ਲਈ ਪੂਰੇ ਦੇਸ਼ ਭਰ ਦੇ ਵਿੱਚ ਇੱਧਰ ਉੱਧਰ ਹੋ ਗਈ ਲੇਬਰ ਉਹ ਮੰਨਿਆ ਜਾ ਰਿਹਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਤੁਹਾਡੇ ਜਿਹੜੀ ਇੰਨੀ ਵੱਡੀ ਇੰਡਸਟਰੀ ਹੈਗੀ ਹੈ ਉਹਦੇ ਤੇ ਕੀ ਇੰਪੈਕਟ ਹੈਗਾ ਔਰ ਪੰਜਾਬ ਦੇ ਸੰਦਰਭ 'ਚ ਕੀ ਸੋਚਦੇ ਹੋ? ਦੇਖੋ,
ਇਹ ਬੜਾ ਸੁਭਾਵਿਕ ਹੈਗਾ ਕਿ ਜਿਹੜੇ ਲੇਬਰ ਇੱਥੇ ਇੱਕ ਤਰ੍ਹਾਂ ਦੀ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੇ ਆਪਣੇ ਬਾਹਰੋਂ ਆਪਣੇ ਯੂਪੀ ਤੋਂ, ਬਿਹਾਰ ਤੋਂ ਜਾਂ ਆਪਣੇ ਆਪਣੇ ਹੋਮ ਟਾਊਨ ਤੋਂ ਇੱਥੇ ਕੰਮ ਕਰਨ ਲਈ ਆਏ ਹੈਗੇ ਆ, ਉਹਨਾਂ ਨੂੰ ਆਪਣੇ ਘਰ ਵਾਲਿਆਂ ਦੀ ਫਿਕਰ ਹੈਗੀ, ਆਪਣੇ ਬੱਚਿਆਂ ਦੀ, ਆਪਣੇ ਮਾਂ-ਬਾਪ ਦੀ, ਆਪਣੇ ਰਿਸ਼ਤੇਦਾਰਾਂ ਦੀ। ਤੋ ਉਹ ਇੱਕ ਵਾਰ ਤਾਂ ਜ਼ਰੂਰ ਇੱਕ ਵਾਰ ਜਾਊਗੇ ਉਹਨਾਂ ਨੂੰ ਦੇਖਣ ਲਈ, ਉਹਨਾਂ ਨੂੰ ਮਿਲਣ ਲਈ। ਉਸ ਤੋਂ ਬਾਅਦ ਮੇ ਬੀ ਆਫਟਰ 15 ਡੇਜ਼ ਜਾਂ 1 ਮਹੀਨੇ ਕੇ ਬਾਅਦ ਵਾਪਸ ਆਉਗੇ, ਕਿਉਂਕਿ ਕੰਮ ਤਾਂ ਅਲਟੀਮੇਟਲੀ ਕੰਮ ਤਾਂ ਕਿਤੇ ਹੋਣਾ ਹੀ ਹੈਗਾ। ਕੰਮ ਬਿਨਾਂ ਰੋਜ਼ਗਾਰ ਤੋਂ ਤਾਂ ਕਿਸੇ ਦਾ ਕੋਈ ਕੰਮ ਨਹੀਂ ਚੱਲਣਾ ਹੈਗਾ। ਤਾਂ ਮੈਂ ਸਮਝਦਾ ਹੈਗਾ ਕਿ ਇਹ ਜੋ ਇੱਕ ਵਾਰ ਸਾਨੂੰ ਮਹੀਨੇ 2 ਮਹੀਨੇ ਲਈ ਤਾਂ ਪ੍ਰੋਬਲਮ ਆਏਗੀ, ਤਾਂ ਕਿ ਇੱਕ ਵਾਰ ਜਦੋਂ ਵੀ ਇਹ ਵਾਪਸ ਅਲਟੀਮੇਟਲੀ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਵਾਪਸ ਆਉਗੇ। ਕੋਈ ਐਸੀ ਗੱਲ ਨਹੀਂ ਹੈਗੀ ਕਿ ਪਰਮਾਨੈਂਟ ਨਹੀਂ ਜਾ ਰਹੇ ਹੈਗੇ, ਕਿਉਂਕਿ ਇਕੱਲੀ ਪੰਜਾਬ ਦੀ ਸਥਿਤੀ ਨਹੀਂ ਹੈ, ਇਕੱਲੀ ਪੂਰੇ ਇੰਡੀਆ ਦੇ ਵਿੱਚ ਇਹ ਸਥਿਤੀ ਹੈਗੀ ਹੈ। ਤਾਂ ਉਹਨਾਂ ਨੇ ਜੋ ਕੰਮ ਲਈ ਵਾਪਸ ਆਉਣਾ ਹੀ ਹੈਗਾ। ਤਾਂ ਔਰ ਇਸ ਟਾਈਮ ਦੇ ਵਿੱਚ ਕੋਈ ਇੰਨੀ ਡਿਮਾਂਡ ਵੀ ਨਹੀਂ ਹੈਗੀ ਹੈ ਕਿ ਆਪਾਂ ਕਿ ਸਾਡੀਆਂ ਫੈਕਟਰੀਆਂ ਜਿੱਦਾਂ ਕਹਿ ਰਹੇ ਹੋ ਕਿ 25% ਤਾਂ ਚੱਲਣੀ ਹੈਗੀਆਂ। ਤਾਂ ਉਹਦੇ ਹਿਸਾਬ ਨਾਲ ਮੇਰਾ ਖਿਆਲ ਹੈ ਕਿ ਮਹੀਨੇ ਦੇ ਵਿੱਚ ਜਾਂ 1.5 ਮਹੀਨੇ ਦੇ ਵਿੱਚ ਇਹ ਵਾਪਸ ਮਤਲਬ ਇਹ ਜ਼ਰੂਰ ਆਉਗੇ, ਉਹਦੇ ਨਾਲ ਇੰਪਰੂਵਮੈਂਟ ਹੋ ਜਾਏਗੀ। ਕਿਉਂਕਿ ਸਰ ਇਹਦਾ ਦੋ ਤਰੀਕੇ ਨਾਲ ਦੇਖ ਰਹੇ ਨਾ ਲੇਬਰ ਨੂੰ, ਕਿ ਇੱਕ ਤੇ ਪੇਰੋਲ ਤੇ ਹੁੰਦੀ ਹੈ ਜਿਹੜੀ ਲੇਬਰ, ਔਰ ਜਾਂ ਕੋਈ ਆਊਟਸੋਰਸ ਕੀਤੀ ਹੋਈ ਲੇਬਰ ਹੁੰਦੀ ਹੈ। ਤੁਹਾਨੂੰ ਲੱਗਦਾ ਕਿ ਉਹ ਵਾਲਾ ਜਿਹੜਾ ਉਹ ਵੈਕਿਊਮ ਹੈਗਾ, ਉਹ ਪੇਰੋਲ ਵਾਲੀ ਲੇਬਰ ਉਹਨੂੰ ਕਿਤੇ ਪੂਰਾ ਕਰ ਸਕਦੀ ਹੈ, ਜਾਂ ਆਊਟਸੋਰਸ ਵਾਲੇ ਚਲੇ ਵੀ ਜਾਂਦੇ ਆ ਤੇ ਕਿਤੇ ਡੈਮੇਜ ਕੰਟਰੋਲ ਵਾਲੇ ਰਸਤੇ ਤੇ ਰਹੋਗੇ? ਦੇਖੋ ਜੀ, ਇੱਕ ਵਾਰ ਤਾਂ ਕਾਫੀ ਧੱਕਾ ਲੱਗੇਗਾ ਇੰਡਸਟਰੀ ਨੂੰ, ਕਿਉਂਕਿ ਇਹ ਇੱਕ ਵਾਰ ਜੋ ਇੰਨੀ ਜ਼ਿਆਦਾ ਇੰਨੀ ਹਿਊਜ ਨੰਬਰ ਦੇ ਵਿੱਚ ਜੋ ਵਾਪਸ ਜਾਊਗੀ, ਇਹ ਤਾਂ ਹੈ ਨਹੀਂ ਕਿ 100% ਵਾਪਸ ਆ ਜਾਊਗਾ ਇੱਥੇ। ਫਿਰ ਇੱਕ ਵਾਰ ਇਹ ਲੰਬਾ ਟਾਈਮ ਹੈਗਾ, ਇਹ ਜਦੋਂ ਵਾਪਸ ਆਊਗੀ ਇਹਨੂੰ ਠੀਕ ਹੁੰਦੇ 6 ਮਹੀਨੇ 8 ਮਹੀਨੇ ਲੱਗ ਸਕਦਾ। ਇਹ 2020 ਦਾ ਸਾਲ ਤਾਂ ਮੈਨੂੰ ਲੱਗਦਾ ਕਿ ਸਾਨੂੰ ਇਸੇ ਤਰੀਕੇ ਨਾਲ ਹੀ ਮਤਲਬ ਸਹਿਣਾ ਬਹਿਣਾ ਹੈਗਾ। ਇਹਦੇ ਵਿੱਚ ਕੋਈ ਮਤਲਬ ਇਹ ਨਹੀਂ ਕਿ ਤੁਸੀਂ ਕਹਿ ਸਕਦੇ ਹੋ ਕਿ 2020 ਦੇ ਤੁਹਾਡੀ ਪੂਰੀ ਪ੍ਰੋਡਕਸ਼ਨ ਆਉਗੀਆਂ, ਤੁਹਾਡਾ ਪੂਰਾ ਇੰਡਸਟਰੀ ਪ੍ਰੋਫਿਟ 'ਚ ਆਏਗੀ ਜਾਂ ਕੁਛ। ਇਹ ਤਾਂ ਸਰਵਾਈਵਲ ਦਾ ਕੰਮ ਹੈਗਾ ਤੇ ਇਹ ਬੜਾ ਲੰਬਾ ਪ੍ਰੋਸੈਸ ਆ। ਜਦੋਂ ਕਿੰਨੇ ਬੰਦੇ ਆਉਂਦੇ ਆ, ਕਿੰਨੇ ਨਹੀਂ ਆਉਂਦੇ ਆ, ਕੀ ਸਿਚੁਏਸ਼ਨ ਹੁੰਦੀ ਆ, ਇਹਦਾ ਹਲੇ ਕੋਈ ਮਤਲਬ ਕੋਈ ਆਪਾਂ ਕੋਈ ਇਹਦਾ ਕੋਈ ਡਿਸੀਜਨ ਨਹੀਂ ਲੈ ਪਾਵਾਂਗੇ ਇਸ ਵਿੱਚ। ਸਰ, ਜਿਸ ਤਰ੍ਹਾਂ ਤੁਹਾਡਾ ਜਿਹੜਾ ਬ੍ਰਾਂਡ ਹੈਗਾ ਮੌਂਟੀ ਕਾਰਲੋ ਹੈਗਾ, ਵਰਲਡ ਫੇਮਸ ਬ੍ਰਾਂਡ ਹੈਗਾ, ਔਰ ਆਮ ਤੌਰ ਤੇ ਜਿਹੜੀ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਐਡਵਾਂਸ 'ਚ ਹੋ ਜਾਂਦੀ ਹੈ ਨਾ। ਤੁਸੀਂ ਇਹਦੀ ਪ੍ਰੋਡਕਸ਼ਨ ਨੂੰ ਲੈ ਕੇ ਕੀ ਸਥਿਤੀ ਹੈਗੀ ਹੈ? ਹੋ ਚੁੱਕੀ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਮਾਰ ਅਗਲੇ ਸਾਲ ਤੱਕ ਤੁਹਾਨੂੰ ਪੈ ਚੁੱਕੀ ਹੈ? ਦੇਖੋ, ਇਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਵਿੰਟਰ ਸੀਜ਼ਨ ਹੁੰਦਾ, ਇੱਕ ਸਮਰ ਸੀਜ਼ਨ ਹੁੰਦਾ। ਵਿੰਟਰ ਸੀਜ਼ਨ ਖਤਮ ਹੋ ਚੁੱਕਿਆ ਸੀ, ਹੁਣ ਸਮਰ ਸੀਜ਼ਨ ਦਾ ਸਾਰਾ ਮਾਲ ਮੌਂਟੇ ਕਾਰਲੋ ਕੋਲ ਵੀ ਜਾਂ ਹੋਰ ਜਿੰਨੇ ਵੀ ਬ੍ਰਾਂਡਸ ਆ, ਸਾਰਿਆਂ ਨੇ ਆਪਣੇ ਕੋਲ ਤਿਆਰ ਕਰਕੇ ਰੱਖਿਆ ਸੀ। ਇਹ ਡਿਸਪੈਚ ਕਰਨ ਦਾ ਟਾਈਮ ਸੀਗਾ। ਜਦੋਂ ਸਡਨਲੀ ਇਮੀਡੀਏਟਲੀ ਜੋ ਲਾਕਡਾਊਨ ਹੋ ਗਿਆ, ਉਹ ਜਿੰਨਾ ਸਮਰ ਦੇ ਵਿੱਚ ਮਾਲ ਵਿਕਣਾ ਸੀ ਉਹ ਸਾਰਾ ਲੋਕਾਂ ਦੇ ਕੋਲ ਅੰਦਰ ਹੀ ਰਹਿ ਗਿਆ ਹੈਗਾ। ਉਹ ਹੁਣ ਨਾ ਮਾਲ ਜਾ ਸਕਦਾ ਹੈਗਾ। ਇਹ ਬਹੁਤ ਵੱਡਾ ਲਾਸ ਹੈਗਾ ਇੰਡਸਟਰੀ ਨੂੰ, ਜਿਹੜਾ ਕਿ ਸਮਰ ਦੀ ਸਾਰਾ ਸੀਜ਼ਨ ਹੀ ਖਤਮ ਹੋ ਗਿਆ ਹੈ ਇੱਕ ਤਰੀਕੇ ਦਾ। ਉਹ ਜਿੰਨਾ ਜੋ ਮਾਲ ਚਲੇ ਗਿਆ ਉਹ ਦੁਕਾਨਾਂ ਤੇ ਪਿਆ, ਅੱਗੇ ਸੇਲ ਨਹੀਂ ਹੋ ਰਹੀ, ਦੁਕਾਨਾਂ ਬੰਦ ਆ, ਮਾਲਸ ਬੰਦ ਹੈਗੀਆਂ। ਤਾਂ ਇਹਦੇ ਵਿੱਚੋਂ ਦੀ ਕਾਫੀ ਮਾਲ ਜ਼ਿਆਦਾ ਲੋਕਾਂ ਦੀ ਵਾਪਸੀ ਆਊਗੀ ਜਾਂ ਉਹ ਅਗਲੇ ਸਾਲ ਤੱਕ ਜਾਏਗਾ। ਇਹ ਹੁਣ ਇਹ ਸਮਰ ਤੱਕ ਤੁਹਾਡਾ ਖਰਾਬ ਹੋ ਗਿਆ। ਪਰ ਵਿੰਟਰ ਤੋਂ ਅੱਗੇ ਸਰ ਤੁਹਾਨੂੰ ਲੱਗਦਾ ਕਿ ਇਹ ਅਗਲੀ ਸਮਰ ਤੱਕ ਜਾਣਾ? ਕਿਉਂਕਿ ਕਪਾਹ ਹਜੇ ਆਉਣੀ ਆ, ਕਪਾਹ ਹਜੇ ਮੰਡੀਆਂ ਦੇ ਵਿੱਚ ਆਉਣੀ ਆ, ਫਿਰ ਤੁਹਾਡੇ ਕੋਲ ਮਿੱਲਾਂ ਤੱਕ ਪਹੁੰਚਣੀ ਆ, ਉਹ ਪ੍ਰੋਸੈਸਿੰਗ ਦਾ ਜਿਹੜੀ ਹੁਣ ਤੁਸੀਂ ਕਪਾਹ ਦੀ ਗੱਲ ਕਰ ਰਹੇ ਹੋ ਤਾਂ ਅਗਲੇ ਸੀਜ਼ਨ ਦੀ ਗੱਲ ਹੈਗੀ ਆ। ਇਹ ਸਾਲ ਦੀ ਤਾਂ ਸਾਰੀ ਆਲਰੇਡੀ ਆ ਚੁੱਕੀ ਹੈਗੀ ਆ, ਉਹਨਾਂ ਨਹੀਂ ਫਰਕ। ਇਹ ਤਾਂ ਨੈਕਸਟ ਸੀਜ਼ਨ ਦੀ ਜਿਹੜੀ ਆਊਗੀ। ਮੈਂ ਨੈਕਸਟ ਸੀਜ਼ਨ ਦੀ ਹੀ ਗੱਲ ਕਰ ਰਿਹਾ ਸਰ। ਜਦੋਂ ਆਉਣੀ ਆ ਤੁਹਾਡੇ ਕੋਲ ਹਜੇ ਉਹ ਵੀ ਸਾਰੀ ਤੁਹਾਡੀ ਪ੍ਰੋਡਕਸ਼ਨ ਦੇ ਪ੍ਰੋਸੈਸ 'ਚੋਂ ਜਾਣੀ ਆ, ਲੇਬਰ ਤੁਹਾਡੇ ਕੋਲ ਹੈ ਨਹੀਂ, ਹੈ ਨਾ। ਉਸ ਆંકੜੇ ਦੀ ਮੈਂ ਗੱਲ ਕਰ ਰਿਹਾ ਵੀ ਇਹ ਮਾਰ ਅਗਲੇ ਸਾਲ ਸਮਰ ਤੱਕ ਜਾ ਸਕਦੀ ਹੈ। ਹਾਂ, ਜਾ ਸਕਦੀ ਹੈ, ਬਿਲਕੁਲ ਜਾ ਸਕਦੀ ਹੈ, ਬਿਲਕੁਲ ਜਾ ਸਕਦੀ ਹੈ, ਬਿਲਕੁਲ ਜਾ ਸਕਦੀ ਹੈ। ਸਰ, ਇੱਕ ਜਿਹੜਾ ਬੈਂਕ ਲੋਨਸ ਨੂੰ ਲੈ ਕੇ ਬੜਾ ਉਹ ਸਥਿਤੀ ਹੈਗੀ ਹੈ, ਕਿਉਂਕਿ ਇੰਡਸਟਰੀ ਦਾ ਕੰਮ ਸਾਰਾ ਬੈਂਕ ਲੋਨਸ ਦੇ ਨਾਲ ਹੀ ਬਹੁਤ ਸਾਰੀ ਡੀਲਿੰਗ ਹੁੰਦੀ ਹੈ ਔਰ ਲੋਨਸ ਦੇ ਉੱਤੇ ਚੱਲਦਾ ਹੈਗਾ। ਉਹਨੂੰ ਲੈ ਕੇ ਕੀ ਸਥਿਤੀ ਹੈਗੀ ਹੈ ਸਰ? ਉਹਦਾ ਜਿਹੜਾ ਡੈਮੇਜ ਹੋ ਰਿਹਾ ਤੁਹਾਨੂੰ ਇੰਸਟਾਲਮੈਂਟਸ ਦਾ, ਇੰਟਰਸਟ ਦਾ, ਉਹ ਡੈਮੇਜ ਕੰਟਰੋਲ ਕਿਵੇਂ ਹੈਗਾ? ਰਿਕਵਰੀ ਪਲਾਨ ਕੀ ਹੈਗਾ ਉਹਦਾ? ਦੇਖੋ, ਜੋ ਇੰਡਸਟਰੀ ਸਭ ਨਾਲੋਂ ਜ਼ਿਆਦਾ ਕਾਸਟ ਇੱਕ ਇੰਟਰਸਟ ਕਾਸਟ ਹੁੰਦੀ ਹੈਗੀ ਆ। ਹੁਣ ਜਦੋਂ ਲਾਕਡਾਊਨ ਰਿਹਾ, ਕੋਈ ਪ੍ਰੋਡਕਸ਼ਨ ਨਹੀਂ ਹੋ ਰਹੀ, ਕੋਈ ਕੰਮ ਨਹੀਂ ਹੋ ਰਿਹਾ ਹੈਗਾ, ਬਟ ਫਿਰ ਵੀ ਇੰਡਸਟਰੀ ਨੂੰ ਸਾਰੇ ਬੈਂਕ ਦੇ ਲੋਨ ਵੀ ਵਿਆਜ ਵੀ ਦੇਣਾ ਪੈ ਰਿਹਾ, ਇੰਟਰਸਟ ਦੀ ਰੀਪੇਮੈਂਟ ਵੀ ਦੇਣਾ ਪੈ ਰਹੀ ਹੈਗੀ ਆ। ਸਰਕਾਰ ਨੇ ਇਹ ਕਿਹਾ ਹੈਗਾ ਕਿ ਤੁਸੀਂ ਲੋਨ ਨੂੰ ਡੈਫਰ ਕਰ ਦਿਓ, ਮਾਫ ਨਹੀਂ ਕੀਤਾ ਹੈਗਾ। ਮੇਰੇ ਹਿਸਾਬ ਨਾਲ ਕਿ ਜਦ ਤੱਕ ਇਹ 2 ਮਹੀਨੇ 3 ਮਹੀਨੇ ਦਾ ਲਾਕਡਾਊਨ ਹੈਗਾ, ਇਹਦੇ ਵਿੱਚ ਸਰਕਾਰ ਨੂੰ ਇੱਕ ਤਾਂ ਲੋਨ ਮਾਫ ਕਰਨਾ ਚਾਹੀਦਾ, ਮਤਲਬ ਜੋ ਵੀ ਇੰਟਰਸਟ ਹੈਗਾ ਉਹ ਮਾਫ ਕਰਨਾ ਚਾਹੀਦਾ ਹੈਗਾ, ਤੇ ਪਲੱਸ ਜਿਹੜੀ ਵੀ ਕਿਸ਼ਤ ਹੈਗਾ ਇਹਨੂੰ ਡੈਫਰ ਕਰਨਾ ਚਾਹੀਦਾ ਹੈਗਾ। ਅਦਰਵਾਈਜ਼ ਕਾਫੀ ਇਹਦੇ ਵਿੱਚ ਕੰਪਨੀ ਨੂੰ ਚੱਲਣ ਲਈ
ਮੁਸ਼ਕਲ ਆਏਗੀ ਔਰ ਕਾਫੀ ਆਪਣੇ ਜਿਹੜੇ ਅਕਾਊਂਟਸ ਆ ਉਹ NPA ਵੀ ਹੋ ਸਕਦੇ ਹੈਗੇ ਆ, ਕਿਉਂਕਿ ਜੋ ਕਿ ਇੰਨਾ ਇੰਟਰਸਟ ਨਹੀਂ ਬਰਦਾਸ਼ਤ ਕਰ ਸਕਦੇ ਹੈਗੇ। ਇਹ ਬੜੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ, ਅਕਾਊਂਟਸ NPA ਹੋਣਗੇ, ਸਰਕਾਰ ਦੇ ਲਈ, ਬੈਂਕਸ ਦੇ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਜਾਏਗੀ, ਇੰਡਸਟਰੀਲਿਸਟ ਤੇ ਮਰੇਗਾ ਹੀ ਮਰੇਗਾ ਉਹਦੇ ਵਿੱਚ। ਪਰ ਸਰ ਤੁਹਾਨੂੰ ਲੱਗਦਾ ਕਿ ਕਿਤੇ ਇਹਦਾ ਅਗਰ ਇਹਦਾ ਪਲਾਨ B ਐਗਜ਼ੀਕਿਊਟ ਹੋ ਜਾਂਦਾ ਕਿਤੇ, ਤੇ ਇਸ ਚੀਜ਼ ਦਾ ਅਸਰ ਬੈਂਕ ਇੰਟਰਸਟ, ਬੈਂਕ ਲੋਨ ਦਾ ਅਸਰ ਕਾਸਟ ਆਫ ਪ੍ਰੋਡਕਸ਼ਨ ਤੇ ਇਨਫਲੇਸ਼ਨ ਵੱਲ ਨੂੰ ਜਾ ਸਕਦਾ? ਫਿਰ ਇੰਡਸਟਰੀਲਿਸਟ ਨੇ ਪੈਸੇ ਕਿੱਥੋਂ ਇਕੱਠੇ ਕਰਨੇ? ਨਹੀਂ ਦੇਖੋ, ਅੱਜ ਦੀ ਡੇਟ ਦੇ ਵਿੱਚ ਤਾਂ ਇਨਫਲੇਸ਼ਨ ਦੀ ਬਜਾਏ ਪਹਿਲੇ ਦੇਖੋ ਕਿ ਇੰਡਸਟਰੀ ਸਰਵਾਈਵ ਕਿੱਦਾਂ ਕਰਨੀ ਹੈਗੀ ਆ। ਦੈਟ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ। ਨਹੀਂ, ਮੈਂ ਪ੍ਰੋਡਕਟ ਮਹਿੰਗਾ ਹੋਣ ਦੀ ਗੱਲ ਕਰ ਰਿਹਾ, ਇਨ ਰਿਕਵਰੀ। ਨਹੀਂ, ਪ੍ਰੋਡਕਟ ਦਾ ਕੋਈ ਇੰਨਾ, ਕਿਉਂਕਿ ਪ੍ਰੋਡਕਟ ਇੰਨਾ ਮਹਿੰਗਾ ਨਹੀਂ ਹੋਏਗਾ, ਕਿਉਂਕਿ ਹਲੇ ਡਿਮਾਂਡ ਵੀ ਕੋਈ ਇੰਨੀ ਹੈਗੀ ਆ। ਤੋ ਅੱਜ ਦੀ ਡੇਟ ਦੇ ਵਿੱਚ ਤਾਂ ਜੋ ਮੇਨ ਹੈ ਕਿ ਸਰਵਾਈਵਲ ਤੁਸੀਂ ਕਿਸ ਤਰ੍ਹਾਂ ਕਰਨੀ ਹੈ, ਪ੍ਰੋਡਕਟ ਦੀ ਪ੍ਰਾਈਸ ਦਾ ਕੋਈ ਇੰਨਾ ਕੋਈ ਜ਼ਿਆਦਾ ਫਰਕ ਨਹੀਂ ਪਏਗਾ। ਜੇ ਇਨਫਲੇਸ਼ਨ ਦਾ ਕੋਈ, ਜੇ ਤੁਸੀਂ ਕਹਿ ਰਹੇ ਹੋ ਕਿ ਲੋਨ ਮਾਫ ਹੋ ਜਾਂਦੇ ਆ, ਇੰਟਰਸਟ ਨਹੀਂ ਪੈਂਦਾ, ਉਹਦਾ ਕੋਈ ਇੰਨਾ ਖਾਸ ਫਰਕ ਨਹੀਂ ਪਏਗਾ। ਪਰ ਫਿਰ ਵੀ ਕੁਝ ਮੋਟਾ ਪਲਾਨ ਚੌਕ ਆਊਟ ਕੀਤਾ ਗਿਆ ਹੈਗਾ ਸਰ, ਕਿ ਫਿਰ ਇਸ ਚੀਜ਼ ਤੋਂ, ਇਸ ਲੋਨ ਦੇ ਇੰਟਰਸਟ ਤੋਂ, ਇੰਸਟਾਲਮੈਂਟਸ ਤੋਂ ਬਚਿਆ ਕਿੱਦਾਂ ਜਾ ਸਕਦਾ ਅਗਰ ਸਰਕਾਰ ਨਹੀਂ ਸੁਣਦੀ? ਫਿਰ ਕੀ ਹੈਗਾ ਰੂਟ? ਇਹ ਕੰਪਨੀ ਤੋਂ ਕੰਪਨੀ ਡਿਪੈਂਡ ਕਰੇਗਾ ਕਿ ਕਿਹੜੀ ਕੰਪਨੀ ਪੇ ਕਰ ਸਕਦੀ ਹੈ, ਕਿਹੜੀ ਨਹੀਂ ਪੇ ਕਰ ਸਕਦੀ। ਇਹ ਤਾਂ ਇਟ ਕੈਨੋਟ ਬੀ ਅ ਸਟੈਂਡਰਡਾਈਜ਼ਡ ਫਾਰਮੂਲਾ। ਇਹ ਤਾਂ ਹਰ ਕੰਪਨੀ ਕਿੰਨਾ ਜ਼ਿਆਦਾ ਲੀਵਰੇਜ ਹੈਗੀ ਹੈ, ਕਿੰਨਾ ਕੰਪਨੀ ਉੱਤੇ ਲੋਨ ਹੈਗਾ, ਤੇ ਕਿਸ ਤਰ੍ਹਾਂ ਸਰਵਾਈਵ ਕਰਦੀ, ਹਰ ਦਾ ਆਪਣਾ ਸਟ੍ਰੈਟਜੀ ਹੋਏਗੀ, ਉਹਦੇ ਹਿਸਾਬ ਨਾਲ ਹੀ ਚੱਲੇਗਾ ਤੁਹਾਡਾ ਕੰਮ। ਪਰ ਇਸ ਨੂੰ ਲੈ ਕੇ ਸਰਕਾਰ ਦੇ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਹੈ, ਕੋਈ ਰਾਬਤਾ ਕੀਤਾ ਕਿ ਇਸ ਤਰ੍ਹਾਂ ਦੀ ਰਿਆਇਤਾਂ ਦੀ ਜ਼ਰੂਰਤ ਹੈਗੀ ਹੈ ਇੰਡਸਟਰੀ ਨੂੰ, ਸੈਲਰੀ ਹੋਣ ਜਾਂ ਬੈਂਕ ਸੌਰੀ ਐਸੋਸੀਏਸ਼ਨਸ ਵੀ, ਹਰ ਐਸੋਸੀਏਸ਼ਨ ਸਰਕਾਰ ਦੇ ਨਾਲ ਫੋਲੋ ਅਪ ਕਰ ਰਹੀ ਹੈਗੀ ਹੈ ਕਿ ਤੁਸੀਂ ਆਪਣੀ ਇਹਨੂੰ ਇੰਟਰਸਟ ਨੂੰ ਤੁਸੀਂ ਮਾਫ ਕੀਤਾ ਜਾਵੇ ਜਾਂ ਘਟਾਇਆ ਜਾਵੇ, ਕਿਉਂਕਿ ਜੋ ਨਾਰਮਲ ਇੰਟਰਸਟ ਆ 9%, 9.5% ਪੈ ਰਿਹਾ ਹੈਗਾ, ਜੋ ਕਿ ਬਹੁਤ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਅਦਰ ਕੰਟਰੀਜ਼। ਇਵਨ ਬਾਕੀ ਕਈ ਕੰਟਰੀਜ਼ ਨੇ ਕਾਫੀ ਰਿਆਇਤਾਂ ਵੀ ਦਿੱਤੀਆਂ ਹੈਗੀਆਂ। ਤੋ ਉਮੀਦ ਹੈ ਕਿ ਸ਼ਾਇਦ ਆਪਣੀ ਸਰਕਾਰ ਵੀ ਕੁਛ ਨਾ ਕੁਛ ਇਹ 'ਚ ਰਿਆਇਤਾਂ ਦਊਗੀਆਂ। ਬਟ ਐਜ਼ ਆਫ ਟੂਡੇ ਤਾਂ ਕੋਈ ਮਤਲਬ ਸਿਰਫ ਡੈਫਰ ਕੀਤਾ ਉਹਨਾਂ ਨੇ, ਕੋਈ ਇੰਟਰਸਟ ਉਹਨਾਂ ਨੇ ਮਾਫ ਨਹੀਂ ਕੀਤਾ ਹੈਗਾ ਫॉर ਦਿਸ ਪੀਰੀਅਡ, ਜਾਂ ਕੋਈ ਘਟਾਇਆ ਨਹੀਂ ਹੈਗਾ। ਬੈਂਕਾਂ ਨੇ ਰੈਪੋ ਰੇਟ ਵਗੈਰਾ ਦੇ ਘਟਾਇਆ, ਬਟ ਉਹਦਾ ਕੋਈ ਕੰਜ਼ਿਊਮਰ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਇਆ। ਕੰਜ਼ਿਊਮਰ ਨੂੰ ਨਹੀਂ ਹੋਇਆ। ਮੈਂ ਸਵਾਲ ਤੁਹਾਡੇ ਕੋਲ ਇਹੀ ਕਰਨ ਲੱਗਾ ਸੀਗਾ ਕਿ ਜਿਸ ਤਰ੍ਹਾਂ ਅਸੀਂ ਬਿਜ਼ਨਸ ਮਾਡਲ ਦੇਖਦੇ ਹਾਂ, ਅਮਰੀਕਾ ਦੇ ਵਿੱਚ ਬਿਜ਼ਨਸ ਮਾਡਲ ਕੀ ਹੈਗਾ, ਯੂਰਪ ਦੇ ਵਿੱਚ ਬਿਜ਼ਨਸ ਮਾਡਲ ਕੀ ਹੈਗਾ, ਚਾਈਨਾ, ਜਿਹੜੇ ਸਕਸੈਸਫੁਲ ਜਿੱਥੇ ਬਿਜ਼ਨਸ ਰਨ ਕੀਤੇ ਜਾ ਰਹੇ ਹੈਗੇ, ਕਿਆ ਅਸੀਂ ਇਸ ਕ੍ਰਾਈਸਿਸ 'ਚੋਂ ਬਾਹਰ ਆਉਣ ਦੇ ਲਈ ਵੀ ਕੋਈ ਬਾਹਰ ਦੇ ਮਾਡਲ ਨੂੰ ਅਡਾਪਟ ਕਰ ਰਹੇ ਹਾਂ ਕਿ ਇੰਡਸਟਰੀ ਨੂੰ ਸਸਟੇਨੇਬਿਲਿਟੀ ਦੇ ਲਈ ਉਹਨਾਂ ਨੇ ਕੀ ਅਪਣਾਇਆ ਔਰ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਜਿਹੜੀ ਬਾਹਰ ਦੀ ਕੰਟਰੀਜ਼ ਆ, ਉਹਨਾਂ ਨੇ ਤਾਂ ਜਿੰਨੇ ਵੀ ਤੁਹਾਡੇ EMPLOYEES ਕੰਮ ਕਰਦੇ ਕੁਛ ਆ, ਉੱਥੇ ਤਾਂ ਲੋਕਾਂ ਨੇ 80% ਤੱਕ ਗਵਰਨਮੈਂਟ ਨੇ ਉਹਨਾਂ ਦੀ ਸੈਲਰੀ ਅਪ ਟੂ ਸਰਟਨ ਲਿਮਿਟ ਉਹਨਾਂ ਨੇ ਆਪਣਾ ਸਰਕਾਰ ਦੇ ਰਹੀ ਹੈਗੀ ਆ ਉਹਨਾਂ ਦੀ ਜੋ ਵੀ ਸੈਲਰੀ ਦਾ। ਈਵਨ ਮੈਨੂੰ ਪਤਾ ਲੱਗਾ ਕਿ ਹਰਿਆਣੇ ਨੇ ਵੀ ਕੁਝ ਐਸੀ ਸਟੇਟ ਇਨਸੈਂਟਿਵ ਦਿੱਤੇ ਹੈਗੇ ਆ, ਬਟ ਉਹ ਸਟੇਟ ਟੂ ਵਾਈਜ਼ ਡਿਪੈਂਡ ਕਰਦਾ ਹੈਗਾ। ਹਲੇ ਕੋਈ ਉਹਦੇ ਪੂਰੀ ਐਗਜ਼ੈਕਟ ਡਿਟੇਲਸ ਨਹੀਂ ਮੈਨੂੰ ਪਤਾ ਹੈਗਾ, ਬਟ ਕਾਫੀ ਕੰਟਰੀਜ਼ ਨੇ ਉਹ ਦੇ ਰਹੀ ਕਿ, ਬਟ ਇੰਡੀਆ ਦੇ ਵਿੱਚ ਹਲੇ ਕੋਈ ਇੰਨੀ ਹੈ ਨਹੀਂ ਕਿ ਜੋ ਵੀ ਅਸੀਂ ਵੀ ਸਰਕਾਰ ਨੂੰ ਕਿਹਾ ਹੈਗਾ ਕਿ ਜੋ ਵੀ ESI ਫੰਡ ਦੇ ਵਿੱਚ ਅਸੀਂ ਕੰਟਰੀਬਿਊਸ਼ਨ ਕਰਦੇ ਹਾਂ, ਵਰਕਰਸ ਨੂੰ ਕੰਟਰੀਬਿਊਟ ਕਰਦੇ ਹਾਂ, ਉਹਦੇ ਵਿੱਚੋਂ ਕੁਛ ਨਾ ਕੁਛ ਪੈਸੇ ਉਹਨੂੰ EMPLOYEES ਨੂੰ ਦਿੱਤੇ ਜਾਣ, ਕਿਉਂਕਿ ਕੋਈ ਵੀ EMPLOYER ਬਿਨਾਂ ਕੰਮ ਦੇ ਵਿੱਚੋਂ ਆਪਣਾ 100% ਸੈਲਰੀ ਨਹੀਂ ਦੇ ਪਾਏਗਾ। ਕੋਈ ਚਾਹੇ ਵੱਡੇ ਤੋਂ ਵੱਡਾ ਹੋਵੇ, ਛੋਟਾ ਤੋਂ ਛੋਟਾ ਹੋਵੇ, ਉਹ ਕੋਈ ਵੀ ਬੰਦਾ ਬਿਨਾਂ ਕੰਮ ਤੋਂ ਇੰਨਾ ਕੋਈ ਕੈਸ਼ ਰਿਚ ਨਹੀਂ ਹੈਗਾ ਕਿ ਆਪਣੀ 100% ਸੈਲਰੀ ਦੇ ਪਾਵੇ। ਹਰਿਆਣੇ ਦੀ ਜਿਸ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸਰ, ਮੈਂ ਤੁਹਾਨੂੰ ਦੱਸ ਦੇਣਾ, ਹਰਿਆਣੇ ਨੇ ਐਗਜ਼ੈਕਟਲੀ ਕੀਤਾ ਕਿ ਉਹਨਾਂ ਨੇ ਕਿਹਾ ਜਿਹੜੀ 80% ਇੰਡਸਟਰੀ ਚੱਲ ਰਹੀ ਹੈ, ਉਹਨਾਂ ਦੇ ਜਿਹੜੇ ਵੇਜਿਸ ਹੈਗੇ, ਉਹਨਾਂ ਦੀ ਲੇਬਰ ਦੇ ਵੇਜਿਸ ਗਵਰਨਮੈਂਟ ਦੇਗੀ, ਔਰ ਜਿਹੜੇ ਉਹਨਾਂ ਨੂੰ ਬਿਜਲੀ ਦਾ ਖਰਚਾ ਪੈਂਦਾ ਹੈਗਾ, ਜਿਹੜੇ ਲੋਅਰ ਕਨੈਕਸ਼ਨ ਦਾ ਆਮ ਤੌਰ 'ਤੇ ਜ਼ਿਆਦਾ ਖਰਚਾ ਹੁੰਦਾ, ਉਹਦੇ ਵਿੱਚ ਸਰਕਾਰ ਉਹਨਾਂ ਨੂੰ ਕੰਪਨਸੇਟ ਕਰੇਗੀ। ਪੰਜਾਬ ਨੂੰ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਸਟੈਪ ਉਠਾਇਆ ਜਾਣਾ ਚਾਹੀਦਾ, ਜਾਂ ਤੁਸੀਂ ਕੋਈ ਕਰ ਰਹੇ ਹੋ ਸਿਫਾਰਿਸ਼, ਇਸ ਤਰ੍ਹਾਂ ਦੀ ਕੋਈ ਮੰਗ ਕਰ ਰਹੇ ਹੋ? ਨਹੀਂ, ਬਿਜਲੀ ਵਿੱਚ ਤਾਂ ਪੰਜਾਬ ਸਰਕਾਰ ਨੇ ਕਰਤਾ, ਉਹਨਾਂ ਨੇ ਫਿਕਸ ਚਾਰਜਿਸ ਤਾਂ ਮਾਫ ਕਰਤੀਆਂ ਹੈਗੀਆਂ, ਹੁਣ ਸਿਰਫ ਵੇਰੀਏਬਲ ਚਾਰਜ ਲੱਗਦਾ। ਇਹ ਬੜਾ ਅੱਛਾ ਕਦਮ ਪੰਜਾਬ ਨੇ ਕੀਤਾ ਹੈਗਾ, ਬਟ ਜਿਹੜਾ ਵੇਜਿਸ ਦਾ ਹੈਗਾ, ਵੇਜਿਸ ਦੇ ਬਾਰੇ ਹਲੇ ਗੱਲਬਾਤ ਚੱਲ ਰਹੀ ਹੈ, ਬਟ ਉਹਦੇ ਬਾਰੇ ਹਲੇ ਕੋਈ ਫੈਸਲਾ ਨਹੀਂ ਹੋਇਆ ਹੈਗਾ। ਔਰ ਜਿਹੜਾ ਤੁਸੀਂ ਕਾਫੀ ਬੈਨੀਫਿਟ ਦਿੱਤਾ ਤੁਹਾਨੂੰ। ਇਹ ਫਿੱਕੀ ਔਰ ਐਸੋਚੈਮ ਵੱਲੋਂ ਇਸ ਚੀਜ਼ ਦੀ ਇੱਕ ਸਿਫਾਰਿਸ਼ ਹੋਈ ਹੈ ਕਿ ਜਿਹੜਾ PF ਦੇ ਵਿੱਚ ਪੈਸਾ ਹੁੰਦਾ, PF ਅਕਾਊਂਟਸ ਦੇ ਵਿੱਚ ਬਹੁਤ ਪੈਸਾ ਹੁੰਦਾ, ESI ਦੇ ਵਿੱਚ ਬਹੁਤ ਪੈਸਾ ਹੁੰਦਾ, ਔਰ ਕਈ ਵਾਰੀ ਮਜ਼ਦੂਰ ਸਾਰੀ ਜ਼ਿੰਦਗੀ ਬਿਤਾ ਕੇ ਮਰ ਜਾਂਦੇ, ਉਹ ਪੈਸਾ ਕਢਾ ਹੀ ਨਹੀਂ ਪਾਉਂਦੇ, ਉਹ ਲੱਖਾਂ ਕਰੋੜ ਰੁਪਇਆ ਉੱਥੇ ਪਿਆ ਹੈਗਾ। ਉਹਨਾਂ ਨੂੰ ਹੁਣ ਮੌਕਾ ਹੈਗਾ ਇਸਤੇਮਾਲ ਕਰਨ ਦਾ ਕਿ ਇੰਡਸਟਰੀਲਿਸਟ ਉਹ ਸੈਲਰੀ ਦੇ ਸਕਣ। ਨਹੀਂ, ਉਹਦੇ ਵਿੱਚ ਉਹਨਾਂ ਨੇ ਆਪਣਾ ਸਿਰਫ ਹਲੇ ਸਮਾਲ ਸਕੇਲ ਦੇ ਲਈ ਉਹਨਾਂ ਨੇ ਕਿਹਾ ਹੈਗਾ, ਸੈਂਟਰਲ ਗਵਰਨਮੈਂਟ ਨੇ ਕਿਹਾ MSME ਲਈ ਕਿਹਾ ਹੈਗਾ,
ਬਾਕੀ ਜਿਹੜੀ ਵੱਡੀ ਇੰਡਸਟਰੀ ਨੂੰ ਉਹਦੇ ਲਈ ਨਹੀਂ ਕਿਹਾ ਹੈਗਾ। ਉਹੀ ਤੁਹਾਨੂੰ ਕਿਹਾ ਨਾ ਕਿ ਅਸੀਂ ਇਹਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ESI ਔਰ PF ਦੇ ਜਿਹੜੇ ਵੀ ਫੰਡਸ ਹੈਗੇ ਆ, ਇਹਨੂੰ ਐਜ਼ ਐਨ ਐਮਰਜੈਂਸੀ ਕਰਕੇ ਇਹਨਾਂ ਨੂੰ 2 ਮਹੀਨੇ ਲਈ 3 ਮਹੀਨੇ ਲਈ ਜਿੰਨੇ ਵੀ ਗਵਰਨਮੈਂਟ ਨੂੰ ਸਪੋਰਟ, ਜਿੰਨੇ ਵੀ ਆਪਾਂ ਇੰਡਸਟਰੀ ਨੂੰ ਸਪੋਰਟ ਕਰਨ ਤਾਂ ਕਿ ਉਹ ਆਪਣੇ ਸਿੱਧੇ EMPLOYEES ਨੂੰ ਮਿਲ ਜਾਣ, ਤਾਂ ਕਿ ਉਹਨਾਂ ਦੇ ਵੀ ਕੋਈ ਨੌਕਰੀ ਨਾ ਜਾਵੇ, ਤਾਂ ਕਿ ਉਹ EMPLOYMENT ਬਣੀ ਰਵੇ, ਤਾਂ ਕਿ ਜਦੋਂ ਵੀ ਸਿਚੁਏਸ਼ਨ ਠੀਕ ਹੋਵੇ ਉਹ ਇਮੀਡੀਏਟਲੀ ਕੰਮ ਚੱਲ ਜਾਏਗਾ। ਅਦਰਵਾਈਜ਼ ਕੀ ਹੋਊਗਾ ਕਿ ਬੰਦੇ ਲੇ ਆਫ ਹੋਗੇ, ਬੰਦੇ ਜਾਓਗੇ, ਉਸ ਤੋਂ ਬਾਅਦ ਫਿਰ ਦੁਬਾਰਾ ਰਿਕਰੂਟ ਕਰਨੇ, ਇਹ ਕਰਨਾ, ਇਹ ਬੜਾ ਮੁਸ਼ਕਲ ਕੰਮ ਹੈਗਾ। ਜਿਹੜਾ ਤੁਸੀਂ ਸਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੰਦੇ ਜਾਣੇ ਔਰ ਨਵੇਂ ਰਿਕਰੂਟ ਕਰਨੇ, ਕਈ ਵਾਰੀ ਜਿਹੜੀ ਹੁਣ ਸਥਿਤੀ ਹੈਗੀ ਹੈ ਦੂਸਰੇ ਸੂਬਿਆਂ ਦੀ ਲੇਬਰ ਜਾ ਚੁੱਕੀ ਹੈ, ਕਿਆ ਪੰਜਾਬ ਦੇ ਲਈ ਇਸ ਦੇ ਵਿੱਚ ਓਪਰਚੁਨਿਟੀ ਨਿਕਲ ਸਕਦੀ ਹੈ ਕਿ ਤੁਹਾਡੇ ਵਰਗੇ ਵੱਡੇ ਉਦਯੋਗਪਤੀਆਂ ਦੇ ਕੋਲ ਰਿਕੁਆਇਰਮੈਂਟ ਨਿਕਲ ਜਾਏਗੀ ਜੌਬਸ ਦੀ, ਜਾਂ ਲੋਅਰ ਥੱਲੇ ਲੇਬਰ ਕਰਨ ਦੀ ਹੀ ਐਟਲੀਸਟ? ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਰਕਾਰੀ ਸਕੀਮਾਂ 'ਚ ਮਨਰੇਗਾ ਤੱਕ ਦੇ ਵਿੱਚ ਵੀ ਲੋਕਾਂ ਨੂੰ ਕੰਮ ਨਹੀਂ ਮਿਲਦਾ। ਜੀ ਨਹੀਂ, ਦੇਖੋ ਐਜ਼ ਆਫ ਟੂਡੇ ਤਾਂ ਜੋ ਸਿਚੁਏਸ਼ਨ ਇਹ ਹੈਗੀ ਕਿ ਹਰ ਇੰਡਸਟਰੀ ਮੋਰ ਔਰ ਲੈਸ 25% ਤੇ ਜਾਂ 30% ਤੇ ਜਿਹੜੇ ਵੀ ਚਲਾ ਵੀ ਰਹੇ ਆ, ਅੱਗੇ ਕੋਈ ਡਿਮਾਂਡ ਹੈ ਨਹੀਂ, ਸਭ ਮਾਲ ਸਟਾਕ ਕਰਕੇ ਅੰਦਰ ਹੀ ਰੱਖ ਰਹੇ। ਤਾਂ ਮੈਨੂੰ ਨਹੀਂ ਲੱਗਦਾ ਕਿ ਇਮੀਡੀਏਟਲੀ ਕੋਈ ਇੰਪਲੋਇਮੈਂਟ ਜਨਰੇਸ਼ਨ ਆਏਗੀ। ਇਹ ਤਾਂ ਜੈਸੀ ਸਿਚੁਏਸ਼ਨ ਠੀਕ ਹੋਗੀ ਤਾਂ ਹੀ ਆਏਗੀ। ਐਜ਼ ਆਫ ਟੂਡੇ ਤਾਂ ਕੋਈ ਇਮੀਡੀਏਟਲੀ ਕੋਈ ਇੰਪਲੋਇਮੈਂਟ ਜਨਰੇਸ਼ਨ ਨਹੀਂ ਆਣੀ ਜਦ ਤੱਕ ਪੂਰੀ ਇੰਡਸਟਰੀ ਦਾ ਸਰਕਲ ਨਹੀਂ ਪੂਰਾ ਹੁੰਦਾ ਹੈਗਾ। ਪਰ ਇਹ ਜਿਹੜਾ ਦੂਸਰੀ ਚੀਜ਼ ਹੈਗੀ ਹੈ ਸਰ, ਇਹਦਾ ਐਸਪੈਕਟ ਹੈਗਾ ਜਿਹੜੀਆਂ ਮਸ਼ੀਨੀ ਤੌਰ ਤੇ ਮਸ਼ੀਨਾਂ ਦੀ ਹੈਲਪ ਦੇ ਨਾਲ ਜਿੰਨਾ ਕੰਮ ਹੋ ਜਾਂਦਾ, ਜਿੰਨੀ ਪ੍ਰੋਡਕਸ਼ਨ ਤੁਸੀਂ ਕਰ ਪਾਉਂਦੇ ਹੋ ਅਲੱਗ-ਅਲੱਗ ਸੈਕਟਰਸ ਦੇ ਵਿੱਚ, ਕਿਆ ਉਹ ਰਿਪਲੇਸਮੈਂਟ ਹੈਗੀ ਹੈ ਲੇਬਰ ਦੀ ਘਾਟ ਦੀ? ਰਿਪਲੇਸਮੈਂਟ ਉਹ ਚੀਜ਼ ਹੈਗੀ ਹੈ ਜਾਂ ਆਊਟਸੋਰਸਿੰਗ ਇੱਕ ਬੈਟਰ ਫਾਰਮੂਲਾ ਹੋ ਸਕਦਾ ਤੁਹਾਡੇ ਲਈ? ਨਹੀਂ, ਦੇਖੋ ਹਲੇ ਵੀ ਜਿੰਨੀਆਂ ਵੀ ਇੰਡਸਟਰੀ ਲੱਗੀਆਂ ਉਹ ਤਾਂ ਕਾਫੀ ਆਟੋਮਾਈਜ਼ ਹੋ ਚੁੱਕੀਆਂ ਹੈਗੀਆਂ, ਔਰ ਇਹ ਤਾਂ ਕੰਟੀਨਿਊਸ ਪ੍ਰੋਸੈਸ ਹੈ ਆਟੋਮਾਈਜ਼ੇਸ਼ਨ ਦਾ। ਬਟ ਇਮੀਡੀਏਟਲੀ ਜੇ ਤੁਸੀਂ ਕਹੋ ਕਿ ਤੁਸੀਂ ਇਮੀਡੀਏਟਲੀ ਕੱਲ ਨੂੰ ਆਟੋਮਾਈਜ਼ ਕਰਕੇ ਲੇਬਰ ਨੂੰ ਰਿਪਲੇਸ ਕਰ ਦੋਗੇ, ਦੈਟ ਇਜ਼ ਨਾਟ ਪੋਸੀਬਲ। ਇਹਨੂੰ ਟਾਈਮ ਲੱਗਦਾ, ਗ੍ਰੈਜੂਅਲ ਪ੍ਰੋਸੈਸ ਹੈ, ਦਿਸ ਇਜ਼ ਗ੍ਰੈਜੂਅਲ ਪ੍ਰੋਸੈਸ। ਦੂਸਰਾ, ਸਟੀਲ ਇੰਡਸਟਰੀ ਨੂੰ ਲੈ ਕੇ, ਮਤਲਬ ਤੁਹਾਡਾ ਸਟੀਲ ਦਾ ਵੀ ਇੰਨਾ ਵੱਡਾ ਕਾਰੋਬਾਰ ਹੈਗਾ, ਸਟੀਲ ਇੰਡਸਟਰੀ ਨੂੰ ਲੈ ਕੇ ਕੀ ਸਿਚੁਏਸ਼ਨ ਹੈਗੀ ਹੈ ਹੁਣ? ਨਹੀਂ, ਸਟੀਲ ਇੰਡਸਟਰੀ ਵੀ ਉਹ ਵੀ ਸੇਮ ਹੀ ਹੈ, ਕਿਉਂਕਿ ਸਟੀਲ ਇੰਡਸਟਰੀ ਵੀ ਕੰਸਟਰਕਸ਼ਨ ਦੇ ਹਿਸਾਬ ਨਾਲ ਚੱਲਦੀ ਹੈ, ਆਟੋਮੋਬਾਈਲ ਨਾਲ ਚੱਲਦੀ ਹੈ। ਆਟੋਮੋਬਾਈਲ ਦੀ ਸੇਲ ਵੀ ਕਾਫੀ ਘੱਟ ਹੈਗੀ ਹੈ। ਐਜ਼ ਆਫ ਟੂਡੇ ਤੁਸੀਂ ਪੜ੍ਹਿਆ ਹੋਗਾ ਕਿ ਮਾਰੂਤੀ ਔਰ ਬਜਾਜ ਦੀ ਮਾਰਚ ਦੇ ਵਿੱਚ 0 ਸੇਲ ਹੈਗੀ ਹੈ। ਤਾਂ ਫਿਰ ਸਟੀਲ ਦੀ ਕਿੱਥੇ ਹੈਗੀ? ਕੋਈ ਹੈ ਹੀ ਨਹੀਂ ਕੰਜ਼ੰਪਸ਼ਨ, ਤੇ ਕੋਈ ਕੰਸਟਰਕਸ਼ਨ ਐਕਟੀਵਿਟੀ ਵੀ ਨਹੀਂ ਚੱਲ ਰਹੀ ਹੈਗੀ। ਜਿਹੜੀ ਛੋਟੀ ਮੋਟੀ ਚੱਲ ਵੀ ਰਹੀ ਹੈਗੀ ਆ, ਉਹਦਾ ਜਸਟ ਆਪਣੇ ਲੇਬਰ ਨੂੰ ਇੰਗੇਜ ਕਰਨ ਲਈ ਹੈਗੀ ਆ। ਇਹ ਤਾਂ ਸਾਰਾ ਕੁਝ ਡਿਮਾਂਡ ਉੱਤੇ ਡਿਪੈਂਡ ਕਰਦਾ। ਹਲੇ ਐਜ਼ ਆਫ ਟੂਡੇ ਦਾ ਕਿਸੇ ਚੀਜ਼ ਦੀ ਕੋਈ ਡਿਮਾਂਡ ਨਹੀਂ ਹੈਗੀ ਹੈ। ਔਰ ਸ਼ੂਗਰ ਇੰਡਸਟਰੀ ਨੂੰ ਲੈ ਕੇ ਕੀ ਸਿਚੁਏਸ਼ਨ ਹੈਗੀ ਹੈ? ਸ਼ੂਗਰ ਇੰਡਸਟਰੀ ਵੀ, ਕਿਉਂਕਿ ਉਹ ਸੀਜ਼ਨਲ ਇੰਡਸਟਰੀ ਹੁੰਦੀ ਹੈ ਸ਼ੂਗਰ ਦੀ, ਉਹਦੀ ਪ੍ਰੋਡਕਸ਼ਨ ਹੋ ਗਈ ਔਰ ਉਸ ਤੋਂ ਬਾਅਦ ਡਿਸਟ੍ਰੀਬਿਊਸ਼ਨ ਤੇ ਆ ਕੇ ਠਹਿਰ ਜਾਂਦਾ ਸਾਰਾ ਮਸਲਾ। ਹੁਣ ਮਾਰਕੀਟਸ ਬੰਦ ਨੇ, ਉਹਦਾ ਕੀ ਸਿਚੁਏਸ਼ਨ ਹੈਗੀ ਹੈ ਸਰ? ਦੇਖੋ ਸ਼ੂਗਰ ਇੰਡਸਟਰੀ ਦੇ ਵਿੱਚ ਦੇਖੋ ਸ਼ੂਗਰ ਦਾ ਕੋਈ 60% ਜਿਹੜੀ ਸੇਲ ਹੈਗੀ ਆ ਉਹ ਇੰਸਟੀਟਿਊਸ਼ਨਲ ਸੇਲ ਹੁੰਦੀ ਹੈਗੀ ਆ। ਲੈਟ ਅਸ ਸੇ ਤੁਹਾਡੀ ਬੇਕਰੀਜ਼ 'ਚ ਲੱਗਦੀ ਆ, ਤੁਹਾਡੀ ਹਲਵਾਈ ਯੂਜ਼ ਕਰਦੇ ਆ, ਤੁਹਾਡੇ ਆਪਣੇ ਬਿਸਕਿਟ ਮੈਨੂਫੈਕਚਰਰ ਯੂਜ਼ ਕਰਦੇ ਆ, ਤੁਹਾਡੇ ਵੱਡੇ ਇੰਸਟੀਟਿਊਸ਼ਨਸ ਮਤਲਬ ਸੌਫਟ ਡਰਿੰਕਸ ਹੋ ਗਈਆਂ, ਇਹ ਹੈ। ਹੁਣ ਜਿਹੜੀ ਕਾਫੀ ਇੰਡਸਟਰੀ ਬੰਦ ਆ, ਹੁਣ ਸਿਰਫ ਜ਼ਿਆਦਾ ਕੰਜ਼ੰਪਸ਼ਨ ਹੋ ਰਹੀ ਆ, ਉਹ ਡੋਮੈਸਟਿਕ ਕੰਜ਼ੰਪਸ਼ਨ ਹੋ ਰਹੀ ਇਸ ਸ਼ੂਗਰ ਦੀ। ਜਿੰਨੀ ਵੀ ਕੰਜ਼ੰਪਸ਼ਨ ਡੋਮੈਸਟਿਕ ਆ, ਉਹਦੇ ਕਰਕੇ ਕਿ ਸ਼ੂਗਰ ਦੇ ਪ੍ਰਾਈਸ ਬਹੁਤ ਜ਼ਿਆਦਾ ਘਟ ਗਏ ਹੈਗੇ। ਹੁਣ ਉਹਦੇ ਨਾਲ ਕੀ ਹੋਊਗਾ ਕਿ ਜਦੋਂ ਸ਼ੂਗਰ ਦੇ ਪ੍ਰਾਈਸ ਇੰਨੇ ਘਟ ਗਏ ਹੈਗੇ ਆ, ਤਾਂ ਫਿਊਚਰ ਦੇ ਵਿੱਚ ਫਿਰ ਉਹੀ ਪ੍ਰੋਬਲਮ ਆਣੀ ਹੈ ਕਿ ਪੇਮੈਂਟ ਆਫ ਫਾਰਮਰਸ ਨੂੰ ਪੇਮੈਂਟ ਦੇਣ ਲਈ ਪ੍ਰੋਬਲਮ ਆਣੀ ਹੈਗੀ ਆ। ਅੱਗੇ ਸ਼ੂਗਰ ਇੰਡਸਟਰੀ ਦੀ ਲਾਸਿਸ ਆਊਗੇ, ਇਹਨਾਂ ਦੀ ਹੈਲਥ ਥੋੜੀ ਜਿਹੀ ਡੈਟੋਰੇਟ ਕਰੇਗੀ। ਤੋ ਐਜ਼ ਆਫ ਟੂਡੇ ਬਟ ਥੋੜਾ ਜਿਹਾ ਹੈਗਾ ਕਿ ਐਕਸਪੋਰਟ ਦੀ ਮਾਰਕੀਟ ਠੀਕ ਹੈਗੀ ਹੈ, ਜੋ ਗਵਰਨਮੈਂਟ ਨੇ ਸਕੀਮਸ ਕੋਈ ਸਬਸਿਡੀ ਦੇ ਕੇ ਐਕਸਪੋਰਟ ਕਰ ਰਹੇ ਹੈਗੇ ਆ। ਤੋ ਉਹਦੇ ਲਈ ਥੋੜਾ ਜਿਹਾ ਇਹ ਹੈਗਾ ਕਿ ਤੁਹਾਡੇ ਚਲੋ ਤੁਹਾਡਾ ਜਿੰਨੇ ਸਟਾਕਸ ਆ ਉਹ ਕੁਝ ਨਿਕਲ ਜਾਓਗੇ, ਬਟ ਪ੍ਰਾਈਸਿਸ ਜੋ ਲਾਕਡਾਊਨ ਤੋਂ ਪਹਿਲਾਂ ਤੇ ਹੁਣ ਪ੍ਰਾਈਸਿਸ ਦੇ ਵਿੱਚ ਕਾਫੀ ਰੇਟ ਘਟ ਗਏ ਹੈਗੇ ਸ਼ੂਗਰ ਦੇ, ਕਾਫੀ ਰੇਟ ਘਟ ਗਏ। ਪਰ ਸਰ ਇਹਦਾ ਵੇ ਆਊਟ ਕੀ ਦੇਖਦੇ ਹੋ? ਕਿਉਂਕਿ ਮਾਰਕੀਟ 'ਚ ਹਜੇ ਅਵੇਲੇਬਿਲਿਟੀ ਬਹੁਤ ਹੈ ਸ਼ੂਗਰ ਦੀ, ਕਿਸੇ ਤਰ੍ਹਾਂ ਦੀ ਕਿਤੇ ਕਮੀ ਦੀ ਕਿਤੇ ਕੋਈ ਖਬਰ ਨਹੀਂ ਹੈਗੀ ਇਸ ਤਰ੍ਹਾਂ ਦੀ। ਕੋਈ ਕਮੀ ਨਹੀਂ ਹੈਗੀ, ਬਸ ਉਹ ਡਿਮਾਂਡ ਐਂਡ ਸਪਲਾਈ ਦੀ ਗੱਲ ਹੈ ਨਾ ਜੀ। ਡਿਮਾਂਡ ਘੱਟ ਹੈ, ਸਪਲਾਈ ਜ਼ਿਆਦਾ ਹੈਗੀ ਅੱਗੇ, ਕਿਉਂਕਿ 60% ਜਿਹੜੀ ਇੰਸਟੀਟਿਊਸ਼ਨਲ ਡਿਮਾਂਡ ਸੀਗੀ ਉਹ ਮੋਰਲੈਸ ਖਤਮ ਹੋ ਗਈ ਹੈ। ਜਦ ਤੱਕ ਉਹ ਪੂਰਾ ਓਪਨ ਅਪ ਨਹੀਂ ਹੁੰਦੇ ਹੈਗੇ, ਤੁਹਾਡੇ ਫੈਕਟਰੀਆਂ ਨਹੀਂ ਚੱਲਦੀਆਂ, ਤੁਹਾਡੇ ਹਲਵਾਈ ਨਹੀਂ ਚੱਲਦੇ, ਤੁਹਾਡੀ ਮਿਠਾਈਆਂ ਨਹੀਂ ਵਿਕਦੀਆਂ, ਤਦ ਤੱਕ ਮਤਲਬ ਡੈਸਪਰੇਟ ਸੇਲ ਹੀ ਕਰਦੇ ਤਾਂ ਕਿ ਹਰ ਬੰਦੇ ਨੂੰ ਚਾਹੀਦਾ ਕਿ ਮਾਲ ਵੇਚ ਕੇ ਆਪਣੇ ਆਪ ਨੂੰ ਲੋਕਾਂ ਦੀ ਪੇਮੈਂਟਾਂ ਕਰਨੀਆਂ, ਫਾਰਮਰਸ ਦੀ ਪੇਮੈਂਟਾਂ ਕਰਨੀਆਂ ਹੈਗੀਆਂ। ਤੇ ਇਸ ਕਰਕੇ ਰੇਟ ਘਟੀ ਜਾ ਰਹੇ, ਦਿਨ ਪਰ ਦਿਨ ਰੋਜ਼ ਰੇਟ ਘਟ ਰਹੇ। ਮੰਡੀ ਗੋਬਿੰਦਗੜ੍ਹ ਦੀ ਜਿਹੜੀ ਇੰਡਸਟਰੀ ਹੈਗੀ ਹੈ ਉਹਨੂੰ ਲੈ ਕੇ ਪਹਿਲੇ ਵੀ ਬਹੁਤ ਸੀਗਾ ਕਿ ਉਹ ਇੰਡਸਟਰੀ ਖਤਮ ਹੋਈ ਹੈ, ਮਰੀ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ। ਉਹਨੂੰ ਮਦਦ ਦੀ ਗੱਲਾਂ ਬੜੀਆਂ ਸਰਕਾਰੀ ਦਾਅਵੇ ਅਸੀਂ ਕਹਿੰਦੇ ਜਿਹਨੂੰ ਕਰਦੇ ਹੁੰਦੇ ਰਹੇ ਕਿ ਅਸੀਂ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਇੰਡਸਟਰੀ ਉਹਨੂੰ ਸੁਰਜੀਤ ਕਰਨਾ ਹੈਗਾ ਦੁਬਾਰਾ। ਇਹ ਜਿਹੜਾ ਦੌਰ ਹੈਗਾ ਲੋਕਡਾਊਨ ਦਾ ਜਾਂ ਸਟੀਲ ਇੰਡਸਟਰੀ ਦੀ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਹੈ, ਉਸ ਇੰਡਸਟਰੀ ਨੂੰ ਮੰਡੀ ਗੋਬਿੰਦਗੜ੍ਹ ਦੀ ਸਪੈਸੀਫਿਕਲੀ ਜੇ ਮੈਂ ਗੱਲ ਕਰਾਂ, ਲੁਧਿਆਣੇ ਦੇ ਵਿੱਚ ਵੀ ਸਟੀਲ ਇੰਡਸਟਰੀ ਬਹੁਤ ਹੈ, ਉਹਦੀ ਸਿਹਤ ਦੇ ਲਈ ਇਹ ਕਿਸ ਤਰ੍ਹਾਂ ਹੈ?
ਦੇਖੋ ਪਹਿਲਾਂ ਜਿਹੜੀ ਸਟੀਲ ਇੰਡਸਟਰੀ ਸੀਗੀ ਉਹ ਬਿਕੋਜ਼ ਆਫ ਦੀ ਹਾਈ ਪਾਵਰ ਇਹ ਕਾਫੀ ਘਟ ਗਈ ਸੀ, ਬਟ ਹੁਣ ਕੈਪਟਨ ਸਾਹਿਬ ਨੇ ਆ ਕੇ ਆਪਣੇ ਪ੍ਰਾਈਸ ਸਟੀਲ ਬਿਜਲੀ ਦੇ ਰੇਟ ਕਾਫੀ ਘਟਾਤੇ ਸੀ, ਉਹਦੇ ਕਰਕੇ ਇੰਡਸਟਰੀ ਦੁਬਾਰਾ ਰਿਵਾਈਵ ਕਰ ਗਈ ਹੈਗੀ ਸੀਗੀ। ਹੁਣ ਕਾਫੀ ਨਵੇਂ ਲੋਕਾਂ ਨੇ ਨਵੇਂ ਕਨੈਕਸ਼ਨ ਵੀ ਲਿੱਤੇ, ਪ੍ਰੋਡਕਸ਼ਨ ਵੀ ਵਧੀਆਂ ਹੈਗੀਆਂ, ਤਾਂ ਉਹ ਇੰਡਸਟਰੀ ਦਾ ਰਿਵਾਈਵ ਕਰ ਰਹੀ ਹੈਗੀ ਸਟੀਲ ਇੰਡਸਟਰੀ। ਬਟ ਹੁਣ ਇਹ ਲੋਕਡਾਊਨ ਦਾ ਹੋ ਗਿਆ, ਤਾਂ ਹੁਣ ਕਿਸੇ ਦੇ ਹੱਥ ਨਹੀਂ ਸੀਗਾ, ਇਸ ਕਰਕੇ ਹੁਣ ਇਹ ਟੈਂਪਰਰੀ ਸਾਰੀ ਇੰਡਸਟਰੀ ਬੰਦ ਹੈਗੀ ਹੈ। ਬਟ ਐਜ਼ ਇਟ ਇਜ਼ ਅੱਗੇ ਨਾਲ ਤਾਂ ਇੰਪਰੂਵਮੈਂਟ ਹੋਈ ਸੀ ਸਟੀਲ ਇੰਡਸਟਰੀ ਦੇ ਵਿੱਚ। ਪਰ ਸਰ ਜਿਹੜੇ ਨਵੇਂ ਜਿਨ੍ਹਾਂ ਨੇ ਨਵੀਂ ਇੰਡਸਟਰੀ ਦੇ ਵਿੱਚ ਤੇ ਲੋਨਸ ਦੇ ਜ਼ਰੀਏ ਜਾਂ ਵੈਸੇ ਜਿਨ੍ਹਾਂ ਨੇ ਇਹਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਲੱਗਦਾ ਨਹੀਂ ਕਿ ਉਹ ਬੁਰੀ ਤਰ੍ਹਾਂ ਡੈਮੇਜ ਹੋ ਜਾਊਗਾ ਇਹ 2-3 ਮਹੀਨੇ, ਜਾਂ ਅਗਲਾ ਜਿਹੜਾ ਹਜੇ ਹੋਰ ਐਟਲੀਸਟ 2 ਮਹੀਨੇ ਦਾ ਪੀਰੀਅਡ ਮੰਨ ਕੇ ਚੱਲ ਰਹੇ ਨੇ ਸਾਈਕੋਲੋਜੀਕਲੀ? ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਪਹਿਲਾਂ ਵੀ, ਕਿਉਂਕਿ ਇੰਟਰਸਟ ਬਹੁਤ ਬੜਾ ਕੰਪੋਨੈਂਟ ਹੈਗਾ। ਆ ਹੁਣ ਜਿਹੜੇ ਇੰਡਸਟਰੀ ਹਾਈਲੀ ਲਿਵਰੇਜਡ ਹੈਗੀ ਹੈ, ਜਿਨ੍ਹਾਂ ਨੇ ਲੋਨ ਜ਼ਿਆਦਾ ਲਿੱਤੇ ਹੋਏ ਆ, ਜਿਨ੍ਹਾਂ ਨੂੰ ਇੰਟਰਸਟ ਕਾਸਟ ਬਹੁਤ ਜ਼ਿਆਦਾ ਪੈ ਰਹੀ ਹੈਗੀ ਹੈ, ਉਹਨੂੰ ਨੈਚੁਰਲੀ ਜਦ ਅਗਰ ਕੋਈ ਬੈਂਕ ਉਹਨੂੰ ਕੋਈ ਮਦਦ ਨਹੀਂ ਕਰਦੇ ਹੈਗੇ ਆ, ਜਾਂ ਕੋਈ ਇੰਟਰਸਟ ਨਹੀਂ ਘਟਾਉਂਦੇ ਹੈਗੇ, ਜਾਂ ਇੰਟਰਸਟ ਨਹੀਂ ਮਾਫ ਕਰਦੇ ਹੈਗੇ, ਤਾਂ ਉਹ ਇੰਡਸਟਰੀ ਦੀ ਹੈਲਥ ਉੱਤੇ ਬਹੁਤ ਵੱਡਾ ਫਰਕ ਪਏਗਾ ਇਹਦੇ ਉੱਪਰ। ਸਰ ਇੱਕ GST ਨੂੰ ਲੈ ਕੇ ਵੀ, ਕਿਉਂਕਿ ਇੰਡਸਟਰੀਜ਼ ਦਾ ਸਭ ਤੋਂ ਜ਼ਿਆਦਾ ਵਾਹ ਇਸੇ ਚੀਜ਼ ਨਾਲ ਹੈਗਾ, ਮੇਰੇ ਆਖਰੀ 1-2 ਸਵਾਲ ਹੈਗੇ। GST ਨੂੰ ਲੈ ਕੇ ਜਿਹੜੀ 15 ਦਿਨਾਂ ਦੀ ਗ੍ਰੇਸ ਦਿੱਤੀ ਗਈ ਹੈ ਜਾਂ 50% ਵੇਵ ਆਫ ਕਰਨ ਦੀ ਗੱਲ ਕਹੀ ਗਈ ਹੈ ਇੰਟਰਸਟ ਦੇ ਉੱਪਰ, ਉਹਨੂੰ ਕਿਸੇ ਤਰ੍ਹਾਂ ਦਾ ਉਹ ਹੈਲਪਫੁਲ ਹੈਗਾ ਜਾਂ ਤੁਹਾਨੂੰ, ਜਾਂ ਉਹਦੇ ਵਿਊ ਅਲੱਗ ਇਸ ਲਈ ਹੈਗੇ? ਕੁਝ ਲੋਕ ਕਹਿੰਦੇ ਊਂਠ ਦੇ ਮੂੰਹ 'ਚ ਜੀਰੇ ਦੇ ਸਮਾਨ ਹੈਗਾ, ਤੁਸੀਂ ਕੀ ਸੋਚਦੇ ਹੋ ਇਹਨੂੰ ਬਾਰੇ? ਦੇਖੋ, ਜਿਹੜਾ ਤੁਸੀਂ GST ਨੂੰ 15 ਦਿਨ ਲਈ ਡੈਫਰ ਕੀਤਾ, ਉਹਦਾ ਤਾਂ ਕੋਈ ਇੰਨਾ ਬੈਨੀਫਿਟ ਨਹੀਂ, ਕਿਉਂਕਿ GST ਤੁਸੀਂ ਐਡਵਾਂਸ ਪੇਮੈਂਟ ਕਰਦੇ ਹੋ। ਤੁਸੀਂ ਅੱਜ ਮਾਲ ਵੇਚਤਾ, GST ਤੁਸੀਂ ਪੇ ਕਰਨਾ ਹੈ, ਅੱਗੇ ਤੁਹਾਨੂੰ ਪੇਮੈਂਟਾਂ ਨਹੀਂ ਆ ਰਹੀਆਂ। ਜਦੋਂ ਪੇਮੈਂਟ ਨਹੀਂ ਆ ਰਹੀ, ਸਾਰਾ ਕੈਸ਼ ਫਲੋ ਤੁਹਾਡਾ ਰੁਕ ਗਿਆ ਹੈਗਾ। ਜਦੋਂ ਜੇ ਕੈਸ਼ ਫਲੋ ਹੀ ਨਹੀਂ ਹੈਗਾ ਤਾਂ ਅਸੀਂ GST ਕਿੱਥੋਂ ਪੇ ਕਰਾਂਗੇ? ਉਹ ਜਿਹੜਾ ਕਿ ਇੰਟਰਸਟ ਮਾਫ ਕਰਨ ਵਾਲੀ ਗੱਲ ਹੈਗੀ ਆ, ਉਹ 15 ਦਿਨ ਦਾ ਗ੍ਰੇਸ ਪੀਰੀਅਡ ਦੇਣ ਦਾ ਉਹਦਾ ਕੋਈ ਐਡਾ ਕੋਈ ਬੈਨੀਫਿਟ ਨਹੀਂ ਹੈਗਾ, ਕਿਉਂਕਿ ਅਲਟੀਮੇਟਲੀ ਜਮ੍ਹਾਂ ਕਿੱਥੋਂ ਕਰਾਏਗਾ? ਜਿਹਨੂੰ ਕੈਸ਼ ਫਲੋ ਆਏਗਾ ਤਾਂ ਹੀ ਬੰਦਾ, ਇੰਡਸਟਰੀ ਵਾਲਾ ਤਾਂ ਹੀ ਉਹਨੂੰ ਜਮ੍ਹਾਂ ਕਰਾਏਗਾ। ਤਾਂ ਮੇਰੇ ਹਿਸਾਬ ਨਾਲ ਤਾਂ ਉਹ ਇੰਟਰਸਟ ਅੱਧਾ ਕਰ ਦੇਣਾ, ਤਾਂ ਉਹ ਤਾਂ ਕੋਈ ਮਤਲਬ ਐਡਾ ਬੈਨੀਫਿਟ ਨਹੀਂ ਹੈਗਾ ਇਹਦੇ ਵਿੱਚ। ਇੰਨਾ ਬੈਨੀਫਿਟ ਨਹੀਂ ਹੈਗਾ। ਆਖਰੀ ਸਵਾਲ ਹੈਗਾ ਸਰ, ਤੁਹਾਡੀ ਪੰਜਾਬ ਦੇ ਮੁੱਖ ਮੰਤਰੀ ਹੋਣਾ ਦੇ ਨਾਲ ਵੀਡੀਓ ਕਾਨਫਰੰਸ ਹੋਈ ਸੀ, ਕਈ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਨੇ ਕੀਤੀ, ਕੀ ਕੋਈ ਸੁਝਾਅ ਮੰਗੇ ਨੇ ਉਹਨਾਂ ਨੇ ਤੁਹਾਡੇ ਕੋਲੋਂ? ਨਹੀਂ, ਉਹਨਾਂ ਨੇ ਇਹੀ ਦੱਸਿਆ, ਉਹਨਾਂ ਨੇ ਇਹੀ ਪੁੱਛਿਆ ਕਿ ਤੁਸੀਂ ਇੰਡਸਟਰੀ ਨੂੰ ਕਿੱਦਾਂ ਰਿਵਾਈਵ ਕਰਦੇ ਆ, ਤੁਹਾਨੂੰ ਕੀ ਸਹਾਇਤਾ ਚਾਹੀਦੀ, ਕੀ ਸਹੂਲਤਾਂ ਚਾਹੀਦੀਆਂ ਹੈਗੀਆਂ, ਤੇ ਉਹ ਸਾਰੇ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਦਊਗੇ ਸੁਝਾਅ, ਤੇ ਉਹ 'ਚ ਕਾਫੀ ਐਕਟਿਵ ਹੈਗੇ ਆ। ਤਾਂ ਲੈਟ ਅਸ ਸੀ ਕੀ ਡਿਸੀਜਨ ਸਰਕਾਰ ਲੈਂਦੀ ਹੈ ਕਿ ਇੰਡਸਟਰੀ ਨੂੰ। ਜਾਂਦੇ ਸਰ, ਤੁਹਾਨੂੰ ਇੰਟਰਵਿਊ ਤੇ ਦੇਖ ਰਹੇ ਲੋਕਾਂ ਨੂੰ ਤੁਸੀਂ ਦੱਸਣਾ ਚਾਹੋਗੇ ਕੁਝ ਕਿ ਕਮਲ ਓਸਵਾਲ ਕੀ ਸੁਝਾਅ ਦੇਣ ਵਾਲੇ ਨੇ? ਕਿਉਂਕਿ ਜੌਬ ਜਨਰੇਸ਼ਨ ਦੇ ਮਸਲੇ 'ਚ ਵੀ ਬਹੁਤ ਲੋਕ ਤੁਹਾਡੇ ਵੱਲ ਦੇਖਦੇ ਨੇ ਕਿ ਸ਼ਾਇਦ ਸਾਨੂੰ ਜੌਬ ਮਿਲੇਗਾ ਇੱਕ ਅੱਛਾ ਸੈਕਟਰ ਦੇ ਵਿੱਚ। ਨਹੀਂ, ਉਹਦਾ ਤਾਂ ਇਸ ਵਕਤ ਤਾਂ ਜਿਹੜਾ ਮੌਜੂਦਾ ਹਾਲਾਤ ਇਹੀ ਹੈਗੀ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ, ਆਪਣਾ ਕੈਸ਼ ਬਚਾ ਕੇ ਰੱਖੋ, ਤਾਂ ਕਿ, ਕਿਉਂਕਿ ਇਹਦਾ ਇਹ ਨਹੀਂ ਪਤਾ ਹੈਗਾ ਕਿ ਮਹੀਨੇ ਨੂੰ ਠੀਕ ਹੋ ਜਾਊਗਾ, 15 ਦਿਨ ਨੂੰ ਠੀਕ ਹੋ ਜਾਊਗਾ। ਇਹਨੂੰ ਠੀਕ ਹੋਣ ਨੂੰ ਮਹੀਨੇ ਨੂੰ ਵੀ ਠੀਕ ਹੋ ਜਾਏ, ਮਹੀਨੇ ਨੂੰ 6 ਮਹੀਨੇ ਵੀ ਲੱਗ ਜਾਏ। तो वी हैव टू बी वेरी अपना कंजरवेटिव इन टर्म्स ऑफ स्पेंडिंग मनी, और अपने आप ਨੂੰ ਆਪਣੇ ਖਰਚੇ ਘਟਾ ਕੇ ਰੱਖੋ, ਆਪਣੀ ਜੋ ਬੈਸਟ ਤੋਂ ਬੈਸਟ ਆਪਣੀ ਐਫੀਸ਼ੀਐਂਸੀ ਨਾਲ ਜਿੰਨਾ ਤੁਸੀਂ ਚਲਾ ਸਕਦੇ ਹੋ ਉਹਨੂੰ ਚਲਾਓ, ਸੋ ਤਾਂ ਕਿ ਆਪਣੇ ਆਪ ਨੂੰ ਤੁਸੀਂ ਕਿੱਦਾਂ ਸਰਵਾਈਵ ਕਰਨਾ ਹੈਗਾ ਬਸ ਅੱਜ ਦੀ ਡੇਟ ਦੇ ਵਿੱਚ। ਤਾਂ ਕਿਉਂਕਿ ਯੂ ਕੈਨੋਟ ਡੂ ਲੌਂਗ ਟਰਮ ਪਲੈਨਿੰਗ, ਤੁਹਾਨੂੰ ਹਰ ਰੋਜ਼ ਦੀ ਨਵੀਂ ਐਵਰੀ ਡੇ ਯੂ ਹੈਵ ਟੂ ਮੇਕ ਪਲਾਨ ਅਕੋਰਡਿੰਗ ਟੂ ਦੀ ਸਿਚੁਏਸ਼ਨ। ਤੋ ਮੇਰੇ ਹਿਸਾਬ ਨਾਲ ਕਿ ਆਪਣੇ ਆਪ ਨੂੰ ਐਵਰੀ ਡੇ ਆਪ ਨੂੰ ਪਲਾਨ ਕਰੋ ਕਿਸ ਤਰ੍ਹਾਂ ਤੁਸੀਂ ਚਲਾਉਣਾ ਹੈਗਾ, ਕਿਸ ਤਰ੍ਹਾਂ ਤੁਸੀਂ ਕੰਮ ਕਰਨਾ, ਤੇ ਆਪਣੀ ਇੰਡਸਟਰੀ ਨੂੰ, ਕਿਉਂਕਿ ਤੁਹਾਡੀ ਇੱਕ ਇੰਡਸਟਰੀ ਚਾਹੇ ਛੋਟੀ ਇੰਡਸਟਰੀ ਹੋਵੇ, ਉਹਦੇ ਨਾਲ ਹਜ਼ਾਰਾਂ ਪਰਿਵਾਰ, ਲੱਖਾਂ ਪਰਿਵਾਰ ਜੁੜੇ ਹੋਏ ਹੈਗੇ, ਤਾਂ ਬੜਾ ਸੋਚ ਸਮਝ ਕੇ ਕੰਮ ਕਰਨ ਵਾਲੀ ਗੱਲ ਹੈਗੀ ਇਸ ਵਕਤ। ਮੈਨੂੰ ਲੱਗਦਾ ਤੁਹਾਡੀ ਇਹ ਐਡਵਾਈਸ ਬਹੁਤ ਸਾਰੇ ਉਦਯੋਗਪਤੀਆਂ ਦੇ ਕੰਮ ਵੀ ਆਏਗੀ, ਜਾਂ ਕੁਝ ਜਿਹੜੇ ਨਵੇਂ ਐਂਟਰਪ੍ਰੀਨਿਓਰ ਹੈਗੇ ਨੇ ਉਹਨਾਂ ਦੇ ਲਈ ਵੀ ਹੈਲਪਫੁਲ ਰਹਿ ਸਕਦੀ ਹੈ। ਓਸਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ।